ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਭਗਤ ਨਾਮਦੇਵ ਜੀ ਦੇ ਕੱਲ 5 ਸ਼ਬਦ ਗੁਰੂ ਸਾਹਿਬ ਜੀ ਨੇ ਲਿਖਾ ਕਰਕੇ ਹੁਣ ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਸਾਹਿਬ ਜੀ ਲਿਖਾ ਰਹੇ ਹਨ। ਭਗਤ ਰਵਿਦਾਸ ਜੀ ਕਾਂਸੀ ਵਿੱਚ ਹੀ ਹੋਏ ਹਨ। ਸੰਤੋਖੇ ਠੇਕੇਦਾਰ ਦੇ ਪੁੱਤਰ ਸਨ। ਇਹ ਠੇਕੇਦਾਰ ਚੰਮ ਦਾ ਕੰਮ ਕਰਿਆ ਕਰਦਾ ਅਤੇ ਇਹਦੇ ਘਰ ਔਲਾਦ ਨਹੀਂ ਸੀ। ਇੱਕ ਵਾਰੀ ਦੀ ਗੱਲ ਹੈ ਕਿ ਬ੍ਰਹਮਚਾਰੀ ਜਿਹੜੇ ਸਨ ਉਹ ਸਾਰੇ ਪ੍ਰਸ਼ਾਦ ਰਾਮਾਨੰਦ ਦਾ ਕਿਹਾ ਸੀ ਕਿ ਸਿੱਧਾ ਜਿਹੜਾ ਮੇਰੇ ਵਾਸਤੇ ਭੋਜਨ ਬਣਾਉਣ ਵਾਸਤੇ ਕਿਸੇ ਨੀਵੀਂ ਜਾਤ ਵਾਲੇ ਦੇ ਘਰੋਂ ਨਹੀਂ ਲਿਆਉਣਾ। ਇਸ ਕਰਕੇ ਬ੍ਰਹਮਚਾਰੀ ਲਿਜਾਂਦੇ ਨਹੀਂ ਸਨ। ਇਹ ਸੰਤੋਖੇ ਚਮਿਆਰ ਨੇ ਬਹੁਤ ਬੇਨਤੀ ਕੀਤੀ ਕਿ ਮੇਰੇ ਘਰ ਦਾ ਵੀ ਸਿੱਧਾ ਰਾਮਾਨੰਦ ਜੀ ਨੂੰ ਕਦੇ ਖਵਾਓ। ਵਰਖਾ ਬਹੁਤ ਸਾਰੀ ਹੋ ਰਹੀ ਸੀ। ਉਦੋਂ ਬ੍ਰਹਮਚਾਰੀ ਵੀ ਕੁਝ ਵਰਖਾ ਤੋਂ ਸਕੋਚ ਕੇ ਇਹਨੇ ਵੀ ਬਹੁਤ ਬੇਨਤੀ ਕੀਤੀ। ਇਹਦੇ ਘਰੋਂ ਸਿੱਧਾ ਲਿਆ ਕੇ ਰਾਮਾਨੰਦ ਜੀ ਨੂੰ ਭੋਜਨ ਬਣਾ ਕੇ ਛਕਾਇਆ। ਜਿਸ ਵਕਤ ਭੋਜਨ ਛਕਾਇਆ ਤੇ ਰਾਮਾਨੰਦ ਦਾ ਧਿਆਨ ਨਾ ਲੱਗੇ। ਉਸ ਵੇਲੇ ਬ੍ਰਹਮਚਾਰੀਆਂ ਨੂੰ ਬੁਲਾ ਕੇ ਪੁੱਛਿਆ ਵੀ ਦੱਸੋ ਕਿਹਦੇ ਘਰ ਦਾ ਅੰਨ ਲਿਆਏ ਹੋ। ਮੇਰਾ ਮਨ ਨਹੀਂ ਇਕਾਗਰ ਹੁੰਦਾ। ਸਾਰਿਆਂ ਨੂੰ ਫਿਰ ਦੱਸ ਦਿੱਤਾ ਕਿ ਅਸੀਂ ਸੰਤੋਖਾ ਚਮਿਆਰ ਠੇਕੇਦਾਰ ਹੈ ਉਸ ਦੇ ਘਰੋਂ ਲੈ ਕੇ ਆਏ ਹਾਂ। ਇਹ ਸੁਣ ਕਰਕੇ ਭਗਤ ਜੀ ਰਾਮਾਨੰਦ ਜੀ ਨੂੰ ਪੁੱਛਿਆ ਕਿ ਬ੍ਰਹਮਚਾਰੀ ਹੋਈ ਉਹ ਪੁੱਛ ਕੇ ਆਓ ਤੁਸੀਂ ਉਹਦੀ ਕਾਮਨਾ ਕੀ ਹੈ। ਜਦੋਂ ਬ੍ਰਹਮਚਾਰੀ ਪੁੱਛਣ ਵਾਸਤੇ ਗਏ ਤੇ ਕਾਮਨਾ ਉਸ ਨੂੰ ਦੱਸਿਆ ਕਿ ਮੇਰੇ ਪੁੱਤਰ ਨਹੀਂ ਹੁੰਦਾ। ਪੁੱਤਰ ਜੀ ਹੈ। ਰਾਮਾਨੰਦ ਨੇ ਕਿਹਾ ਹੇ ਰਵਿਦਾਸ ਤੂੰ ਲੈ ਕੇ ਆਇਆ ਉਹਦੇ ਘਰੋਂ ਸਿੱਧਾ। ਚੰਗਾ ਤੂੰ ਵੀ ਉਹਦੇ ਘਰ ਪੁੱਤਰ ਬਣ, ਮੈਂ ਤਾਂ ਨਹੀਂ ਨਾ ਬਣਨਾ ਜਾ ਕੇ। ਸੁਣ ਕੇ ਰਵਿਦਾਸ ਜੀ ਕਹਿੰਦੇ ਮੈਂ ਤੁਹਾਡਾ ਜਿਹੜਾ ਬਚਨ ਹੈ ਮੰਨ ਲੈਂਦਾ, ਸਰੀਰ ਛੱਡ ਜਾਂਦਾ, ਉਹਦੇ ਘਰ ਜਨਮ ਧਾਰ ਲੈਂਦਾ, ਪਰ ਉਸ ਜਨਮ 'ਚ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ ਵਰਦੇ ਨੇ। ਸੁਣ ਕੇ ਰਾਮਾਨੰਦ ਜੀ ਨੂੰ ਪ੍ਰਸੰਨ ਹੋ ਕੇ ਕਿਹਾ ਚੰਗਾ ਉਸ ਜਨਮ ਵਿੱਚ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਇਹ ਰਵਿਦਾਸ ਜੀ ਨੂੰ ਸੰਤੋਖੇ ਦੇ ਘਰ ਜਨਮ ਧਾਰਿਆ ਅਤੇ ਮਾਤਾ ਦੁੱਧ ਨਾ ਚੁੰਗੇ। ਉਸ ਵੇਲੇ ਰਾਮਾਨੰਦ ਜੀ ਨੇ ਆ ਕੇ ਮੰਤਰ ਦਿੱਤਾ ਕਿ ਤੈਨੂੰ ਕੋਈ ਪਾਪ ਨਹੀਂ, ਹੁਣ ਤੂੰ ਦੁੱਧ ਚੁੰਗ ਲੈ। ਉਸ ਵੇਲੇ ਰਵਿਦਾਸ ਜੀ ਨੇ ਮਾਤਾ ਦਾ ਦੁੱਧ ਚੁੰਗਿਆ ਅਤੇ ਪੂਰਨ ਪਿਛਲੇ ਜਨਮ ਦਾ ਇਹਨਾਂ ਨੂੰ ਗਿਆਨ ਰਿਹਾ ਬ੍ਰਹਮਚਾਰੀ ਪੁਣੇ ਦਾ। ਪਰਮੇਸ਼ਰ ਦੇ ਸਿਮਰਨ ਵਿੱਚ ਲੱਗੇ ਰਹੇ। ਇੱਕ ਦਿਨ ਦੀ ਗੱਲ ਹੈ, ਸਾਧ ਸੰਗਤ ਜੀ ਮਹਾਰਾਜ ਨੇ ਇਹਨਾਂ ਨੂੰ ਦਰਸ਼ਨ ਬਖਸ਼ੇ। ਜੋ ਦਰਸ਼ਨ ਬਖਸ਼ੇ ਬੋਲਣ ਨਾਮ ਭਗਤ ਦੇ ਨਾਲ ਚੁੱਪ ਕੀਤੇ ਖੜੇ। ਉਸ ਵੇਲੇ ਜਦ ਖੜੇ ਸਨ ਉਸ ਵੇਲੇ ਭਗਤ ਜੀ ਨੇ ਬੇਨਤੀ ਕਰਕੇ ਸ਼ਬਦ ਉਚਾਰਿਆ ਹੈ ਕਾਰਨ ਕਵਨ ਅਬੋਲ। ਕਿ ਮਹਾਰਾਜ ਕੀ ਕਾਰਨ ਹੈ ਮੇਰੇ ਨਾਲ ਬੋਲਦੇ ਕਿਉਂ ਨਹੀਂ, ਭਜਨ ਵਿਲਾਸ ਕਿਉਂ ਨਹੀਂ ਕਰਦੇ। ਤੁਸੀਂ ਮੇਰੀ ਭਗਤੀ ਦੀ ਸਰਦਾ ਵੇਖ ਕਰਕੇ ਆਪ ਦਰਸ਼ਨ ਤਾਂ ਮੈਨੂੰ ਦੇ ਦਿੱਤੇ ਹੈ। ਆਪ ਜਾਣਦੇ ਹੋ ਕੋਈ ਮੈਂ ਵੱਡਾ ਤਾਂ ਨਹੀਂ ਹਾਂ, ਮੈਂ ਤਾਂ ਉਗਣਾ ਦਾ ਭਰਿਆ ਹੋਇਆ ਹਾਂ। ਇਹ ਬੇਨਤੀ ਕਰਦੇ ਨੇ ਰਵਿਦਾਸ ਜੀ ਮਹਾਰਾਜ ਅੱਗੇ ਸਾਹਮਣੇ ਸਿਖਿਆਤ ਹੋਇਆਂ ਦੇ। ਇੱਕੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। हे ਮਹਾਰਾਜ ਹਮਾਰੇ ਸਾਡੇ ਸਦਰਸ ਜੇ ਨਿਗਾਹ ਮਾਰ ਕੇ ਵੇਖੀਏ ਦੀਨ ਗਰੀਬ ਕੋਈ ਨਹੀਂ ਹੈ। ਦੀਨ ਉਹ ਹੁੰਦਾ ਜਿਹਨੂੰ ਇੱਛਾ ਹੋਵੇ ਕਿਸ ਪ੍ਰਾਪਤੀ ਦੀ ਅਤੇ ਜਿਹਨੂੰ ਭੈ ਹੋਵੇ। ਪ੍ਰਾਪਤੀ ਦੀ ਇੱਛਾ ਸਭ ਨੂੰ ਵਾਹਿਗੁਰੂ ਦੀ ਹੈ, ਭੈ ਸਾਰਿਆਂ ਦੇ ਸਿਰ ਦੇ 'ਤੇ ਕਾਲ ਹੈ। ਇਸ ਕਰ ਕਾਲ ਦਾ ਹੈ, ਇਸ ਕਰਕੇ ਮਹਾਰਾਜ ਮੈਂ ਦੀਨ ਹਾਂ। ਮੇਰੇ ਸਦਰਸ ਕੋਈ ਦੀਨ ਗਰੀਬ ਨਹੀਂ ਹੈ। ਦਇਆਲ ਨਾ ਤੁਮ ਸਰ। ਇਹ ਪਰਮੇਸ਼ਰ ਆਪ ਦੇ ਸਦਰਸ ਕੋਈ ਦਿਆਲੂ ਨਹੀਂ ਹੈ। ਆਪ ਅਕਿਰਤ ਘਰਾਂ ਦੀ ਵੀ ਪਾਲਣਾ ਕਰਦੇ ਹੋ, ਏਡੇ ਦਿਆਲੂ ਹੋ। ਅਬ ਪਤਿਆਰ ਕਿਆ ਕੀਜੈ। ਅਬ ਇਸ ਕਾਲ ਤੋਂ ਬਾਅਦ ਹੁਣ ਜਦੋਂ ਮੈਂ ਕਹਿਤਾ ਮੇਰੇ ਵਰਗਾ ਗਰੀਬ ਨਹੀਂ ਤੇ ਆਪ ਜੈਸਾ ਦਿਆਲੂ ਨਹੀਂ, ਇਸ ਕਾਲ ਵਿੱਚ ਆਪ ਹੁਣ ਇਦੋਂ ਪਦੇ ਪਤਿਆਰ ਕਾ ਕੀਜੇ ਅਜਮਾਇਸ਼ ਕੀ ਕਰਦੇ ਹੋ, ਮੇਰਾ ਪ੍ਰਤਿਆਵਾ ਕੀ ਕਰਨਾ ਚਾਹੁੰਦੇ ਹੋ। ਮੇਰੇ ਤੇ ਅੱਗੇ ਇਹੋ ਨਿਸ਼ਚਾ ਹੈ ਕਿ ਮਹਾਰਾਜ ਮੇਰੇ ਵਰਗਾ ਗਰੀਬ ਨਹੀਂ, ਆਪ ਜੈਸਾ ਦਿਆਲੂ ਨਹੀਂ।
ਹੋਰ ਆਪ ਸਾਡੀ ਅਜਮਾਇਸ਼ ਕੀ ਕਰ ਰਹੇ ਹੋ, ਪਤਿਆਉਣਾ ਕੀ ਕਰ ਰਹੇ ਹੋ? ਬਚਨੀ ਤੂਰ ਮੂਰ ਮਨ ਮਾਨੈ। ਆਪਦੇ ਜੋ ਬਚਨ ਸਤਨਾਮ ਹੈ, ਉਹਨਾਂ ਬਚਨਾਂ ਦੇ ਨਾਲ ਮੇਰਾ ਮਨ, ਰਵਿਦਾਸ ਜੀ ਕਹਿੰਦੇ, ਮੰਨ ਗਿਆ ਮੈਂ ਸਤਨਾਮ ਦਾ ਅਭਿਆਸੀ ਹਾਂ। ਜਨ ਕਉ ਪੂਰਨ ਇਸ ਦੀਜੈ। ਕਰਕੇ ਮਹਾਰਾਜ ਤੇਰਾ ਨਾਮ ਵੀ ਸੂਬ ਲਖਣਾ ਵਾਲਾ ਮੈਂ ਜਪਦਾ ਹਾਂ। ਜਨ ਕਉ ਪੂਰਨ ਦੀਜੈ, ਇਸ ਕਰਕੇ ਮੈਨੂੰ ਜਨ ਨੂੰ ਪੂਰਨ ਗਿਆਨ ਦੇ ਦਿਓ। ਪੂਰਨ ਮਹਾਰਾਜ ਬ੍ਰਹਮਾਨੰਦ ਬਖਸ਼ੋ ਮੇਰੇ ਤਾਈਂ। ਇਹ ਹੁਣ ਕੋਈ ਅਧੂਰਾ ਨਾ ਰੱਖੋ, ਕੋਈ ਸੰਸੇ ਵਿਪਰਜੇ ਆਦਿਕ ਵਾਲਾ ਗਿਆਨ ਨਾ ਰੱਖੋ। ਸੱਚੇ ਪਾਤਸ਼ਾਹ ਪੂਰਨ ਬ੍ਰਹਮ ਗਿਆਨ ਅਪਰੋਖ ਗਿਆਨ ਜਾਂਦੇ ਤਾਂ ਹੀ ਬਖਸ਼ ਦਿਓ। ਹਉ ਬਲ ਬਲ ਜਾਉ ਰਮਈਆ ਕਾਰਨੇ। ਫਿਰ ਰਮਈਆ ਪਰਮੇਸ਼ਰ ਆਪ ਦੀ ਪ੍ਰਾਪਤੀ ਦੇ ਕਾਰਨੇ ਵਾਸਤੇ ਮੈਂ ਬਲ ਬਲ ਬਲਿਹਾਰ ਜਾਨਾ ਹਾਂ, ਬਲਿਹਾਰ ਜਾਨਾ ਹਾਂ। ਮਨ ਬਾਣੀ ਸਰੀਰ ਕਰਕੇ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਇਹ ਸੱਚੇ ਪਾਤਸ਼ਾਹ ਕਾਰਨ ਕਵਨ ਅਬੂ। ਬਹੁਤ ਮਹਾਰਾਜ ਬਹੁਤ ਜਨਮਾਂ ਦੇ ਵਿਛੜਿਆਂ ਨੂੰ ਭਗਤੀ ਕਰਦਿਆਂ ਤੁਹਾਨੂੰ ਪ੍ਰਾਪਤ ਕੀਤਾ ਹੈ। ਅੱਜ ਦਰਸ਼ਨ ਦਿੱਤੇ ਹੈ, ਕੀ ਕਾਰਨ ਹੈ? ਮੇਰੇ ਚ ਕੀ ਔਗਣ ਹੈ? ਕਾਰਨ ਕਵਨ ਅਬੂ। ਕਿਸ ਕਾਰਨ ਕਰਕੇ ਮਹਾਰਾਜ ਬੋਲਦੇ ਨਹੀਂ, ਚੁੱਪ ਕੀਤੇ ਕਿਉਂ ਹੋ? ਬੋਲਦੇ ਕਿਉਂ ਨਹੀਂ ਮਹਾਰਾਜ? ਠੀਕ ਹੈ, ਤੁਸੀਂ ਮਨ ਬਾਣੀ ਦਾ ਸਾਡੇ ਦਾ ਵਿਸ਼ਾ ਨਹੀਂ ਹੋ ਅਤੇ ਅਸੀਂ ਮਨ ਬਾਣੀ ਸਰੀਰ ਕਰਕੇ ਆਪ ਨੂੰ ਜਾਣ ਨਹੀਂ ਸਕਦੇ, ਪਰ ਇਹ ਪ੍ਰੇਮ ਕਰਕੇ ਤੁਸੀਂ ਸਾਨੂੰ ਪ੍ਰਾਪਤ ਹੋਏ ਹੋ। ਫਿਰ ਕੀ ਕਾਰਨ ਆਪ ਬੋਲਦੇ ਨਹੀਂ ਹੋ? ਤੁਸੀਂ ਅਬੋਲ ਕਿਉਂ ਹੋ? ਕੀ ਮੇਰੇ ਤੋਂ ਨਾਰਾਜ਼ ਹੋ? ਸੱਚੇ ਪਾਤਸ਼ਾਹ ਬੋਲਣਾ ਕਰੋ, ਜਿਵੇਂ ਹੋਰਨਾਂ ਭਗਤਾਂ ਨਾਲ ਬੋਲਦੇ ਹੋ, ਬਚਨ ਵਿਲਾਸ ਕਰਦੇ ਹੋ, ਇਸੇ ਪ੍ਰਕਾਰ ਮੇਰੇ ਤੋਂ ਵੀ ਟੁੱਟ ਕੇ ਕੋਈ ਨਾ ਕੋਈ ਬਚਨ ਮੇਰੇ ਤਾਈਂ ਕਹੋ। ਸੋ ਕਾਰਨ ਕਵਨ, ਕੀ ਕਾਰਨ ਹੈ? ਸੱਚੇ ਪਾਤਸ਼ਾਹ ਆਪ ਪ੍ਰੇਮ ਦੇ ਵਸ ਕਰਕੇ ਪ੍ਰਗਟ ਤਾਂ ਹੋ ਗਏ ਹੋ, ਤੇ ਪਰ ਮੈਨੂੰ ਪਰਖਣਾ ਚਾਹੁੰਦੇ ਹੋ ਕਿ ਬੋਲਦੇ ਨਹੀਂ ਮੇਰੇ ਨਾਲ, ਕਿ ਮੈਨੂੰ ਨੀਵੀਂ ਜਾਤ ਵਾਲਾ ਸਮਝ ਕੇ ਨਹੀਂ ਬੋਲਦੇ ਤੁਸੀਂ। ਇਹ ਕੀ ਕਾਰਨ ਹੈ ਮੈਨੂੰ ਦੱਸੋ। ਅਬੋਲ ਹੋਣ ਦਾ ਆਪ ਦਾ ਸੱਚੇ ਪਾਤਸ਼ਾਹ ਆਪ ਮਨ ਬਾਣੀ ਦਾ ਵਿਸ਼ਾ ਨਹੀਂ ਹੋ, ਪਰ ਪ੍ਰੇਮ ਦੇ ਵਸ ਹੋ ਕੇ ਪ੍ਰਗਟ ਹੋ ਗਏ ਹੋ। ਹੁਣ ਮਹਾਰਾਜ ਆਪ ਮੇਰੇ ਨਾਲ ਬੋਲਦੇ ਸਿਖਿਆਤ ਹੋ ਕੇ ਬਚਨ ਵਿਲਾਸ ਕਿਉਂ ਨਹੀਂ ਕਰਦੇ ਹੋ? ਰਹਾਉ ਬਹੁਤ ਜਨਮ ਵਿਛਰੇ ਥੇ ਮਾਧੋ। ਜੇ ਕਹੇ ਕਿ ਹੇ ਰਵਿਦਾਸ ਤੇਰੀ ਕਮਾਈ ਦੀ ਬਾਬਤ ਦੱਸ ਦੂੰ, ਤਾਂ ਰਵਿਦਾਸ ਜੀ ਕਹਿੰਦੇ ਰਹਾਉ ਵਿਸਰਾਮ ਦੇ ਕਿ ਹੇ ਮਹਾਰਾਜ ਬੜੇ ਜਨਮਾਂ 'ਚ ਵਿਛੜਦੇ ਆਏ ਹਾਂ ਅਸੀਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਨੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ। ਇਸ ਪ੍ਰਕਾਰ ਬੜੇ ਜਨਮਾਂ 'ਚ ਵਿਛੜੇ ਹੋਏ ਸੀ ਅੱਗੇ ਆਪ ਨਾਲ। ਇਹ ਮਾਇਆ ਦੇ ਪਤੀ ਇਹੋ ਜਨਮ ਤੁਮਾਰੇ ਲੇਖੇ। ਇਹ ਜਿਹੜਾ ਜਨਮ ਤੁਸੀਂ ਦਿੱਤਾ ਹੈ ਆਪ ਦੀ ਪ੍ਰਾਪਤੀ ਵਾਸਤੇ, ਭਗਤੀ ਵਾਸਤੇ, ਇਹਦੇ 'ਚ ਅਸੀਂ ਹੁਣ ਮਾਇਆ ਤੁਹਾਡੀ ਬੰਦਗੀ ਕਰਨੀ ਹੈ। ਤੁਹਾਡੀ ਭਗਤੀ ਤੋਂ ਬਿਨਾਂ ਮੈਂ ਹੋਰ ਕਿਸੇ ਬਿਹਾਰ 'ਚ ਨਹੀਂ ਪਰਚਣਾ। ਇਹ ਜਨਮ ਤੇਰੇ ਲੇਖੇ 'ਚ ਲੱਗ ਜਾਵੇ, ਪ੍ਰਵਾਨ ਹੋ ਜਾਵੇ। ਕਹਿ ਰਵਿਦਾਸ ਆਸ ਲੱਗ ਜੀਵ। ਰਵਿਦਾਸ ਭਗਤ ਜੀ ਕਹਿੰਦੇ ਮੈਨੂੰ ਤਾਂ ਮਾਰਾ ਆਸਾ ਲੱਗੀ ਹੋਈ ਸੀ ਕਿ ਆਪਦੇ ਦਰਸ਼ਨ ਮੈਨੂੰ ਇਹ ਜਨਮ 'ਚ ਪ੍ਰਾਪਤ ਹੋਣਗੇ। ਇਸ ਕਰਕੇ ਮੈਂ ਇਸ ਆਸ 'ਚ ਲੱਗਾ ਹੋਇਆ ਮਹਾਰਾਜ ਜਿਉਂਦਾ ਰਿਹਾ ਹਾਂ। ਨਹੀਂ ਵਿਛੜੇ ਦੇ ਮੇਰੇ ਪ੍ਰਾਣ ਕਰੇ ਨਿਕਲ ਜਾਣੇ ਸੀ। ਮੈਂ ਤਾਂ ਆਸ ਵਿੱਚ ਲੱਗ ਕਰਕੇ ਜਿਉਂਦਾ ਰਿਹਾ ਹਾਂ। ਤੁਹਾਡੀ ਸੱਚੀ ਆਸ ਸੀ ਕਿ ਇਸ ਜਨਮ 'ਚ ਤੁਸੀਂ ਪ੍ਰਾਪਤ ਹੋਵੋਗੇ। ਚਿਰ ਪਹਿਓ ਦਰਸ਼ਨ ਦੇਖੇ। ਇਹ ਮਹਾਰਾਜ ਇੰਨਾ ਚਿਰ ਹੋ ਗਿਆ ਉਹਦੇ ਦਰਸ਼ਨ ਵੇਖੇ ਨੂੰ। ਅੱਗੇ ਵੀ ਦਰਸ਼ਨ ਤੇ ਹੀ ਉਹ ਸ੍ਰੀ ਰਾਜ ਜੀ ਸ਼ਬਦ ਆਇਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟ ਜਲ ਤਰੰਗ ਜੈਸਾ। ਫਿਰ ਸੋਰਠ ਦੇ ਵਿੱਚ ਵੀ ਸ਼ਬਦ ਆਏ ਹੈ ਜਿੱਥੇ ਕਿਹਾ ਹੈ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਹੁਣ ਤੀਜੀ ਵਾਰ ਜਨਮ ਤੀਜੀ ਵਾਰ ਇਹ ਦਰਸ਼ਨ ਦਿੱਤੇ ਹਨ ਰਵਿਦਾਸ ਜੀ ਨੂੰ। ਕਹਿੰਦੇ ਨੇ ਬਹੁਤ ਜਨਮਾਂ 'ਚ ਇਹ ਜਨਮ ਮਹਾਰਾਜ ਤੁਹਾਡੇ ਲੇਖੇ 'ਚ ਅਸੀਂ ਪ੍ਰਵਾਨ ਲੇਖੇ 'ਚ ਲਾਉਣਾ ਆਪਦੀ ਬੰਦਗੀ ਵਿੱਚ। ਕਹਿ ਰਵਿਦਾਸ ਆਸ ਲੱਗ ਜੀ। ਰਵਿਦਾਸ ਭਗਤ ਜੀ ਕਹਿੰਦੇ ਮੈਂ ਤਾਂ ਆਸਾ 'ਚ ਲੱਗ ਕੇ ਜਿਉਣਾ ਹਾਂ ਕਿ ਕਦੋਂ ਦਰਸ਼ਨ ਹੋਣ। ਚਿਰ ਪਹਿਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਮਹਾਰਾਜ ਦਰਸ਼ਨ ਵੇਖਿਆ ਨੂੰ। ਹੁਣ ਦਰਸ਼ਨ ਦਿਖਾਏ ਹੈ ਤੇ ਹੁਣ ਤੁਸੀਂ ਬੋਲਦੇ ਨਹੀਂ, ਕੀ ਕਾਰਨ ਹੈ? ਤਾਂ ਮਹਾਰਾਜ ਸਾਹਿਬ ਪ੍ਰਸੰਨ ਹੋ ਗਏ। ਰਵਿਦਾਸ ਨੂੰ ਗਲਫੜੀ ਵਿੱਚ ਲੈ ਲਿਆ ਤੇ ਲੈ ਕੇ ਗਲਫੜੀ ਕਹਿੰਦੇ ਮੰਗ ਜੋ ਕੁਛ ਮੰਗਦਾ ਹੈ ਰਵਿਦਾਸ, ਤੇ ਇੱਥੋਂ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਨਾ ਦੇ ਸਕੀਏ। ਤਾਂ ਸੁਣ ਕੇ ਰਵਿਦਾਸ ਜੀ ਨੇ ਇਹ ਚੀਜ਼ਾਂ ਮੰਗੀਆਂ ਮਹਾਰਾਜ ਦੇ ਪਾਸੋਂ ਜੋ ਅਗਲੇ ਸ਼ਬਦ ਵਿੱਚ ਹਨ। ਚਿਤ ਸਿਮਰਨ ਕਰੋ। ਕਿ ਮਹਾਰਾਜ ਜੇ ਆਪ ਪ੍ਰਸੰਨ ਹੋਏ ਹੋ, ਮੈਂ ਚਿੱਤ ਦੀ ਚਿਤਵਣੀ ਨੂੰ ਹੋਰ ਪਾਸੇ ਨਾ ਲਾਵਾਂ।
ਚਿੱਤ ਕਰਕੇ ਹਰ ਵਕਤ ਆਪਦਾ ਸਿਮਰਨ ਭਜਨ ਕਰਦਾ ਰਹਾ। ਨੈਣ ਅਵਲੋਕਨੋ ਅਤੇ ਅੱਖਾਂ ਨਾਲ ਜਿਵੇਂ ਹੁਣ ਦਿਸਦੇ ਹੋ ਇਉਂ ਅੱਖਾਂ ਨਾਲ ਆਪ ਦਰਸ਼ਨ ਦੇਖਦਾ ਰਹਾ। ਐਸੀ ਕਿਰਪਾ ਕਰੋ ਮੇਰੇ ਤੇ। ਸਰਬਨ ਬਾਣੀ ਸੁਜਸ ਪੂਰ ਰੱਖੋ। ਕੰਨਾਂ ਦੇ ਵਿੱਚ ਮਹਾਰਾਜ ਜੀ ਸ੍ਰੇਸ਼ਟ ਬਾਣੀ ਜੋ ਆਪਦੇ ਜਸ ਵਾਲੀ ਹੈ, ਇਹਨਾਂ ਕਰਕੇ ਕੰਨਾਂ ਨੂੰ ਭਰੀ ਰੱਖਾਂ। ਕੰਨਾਂ 'ਚ ਦੁਨੀਆ ਦੀ ਉਸ ਤੋਂ ਨਿੰਦਾ ਦੀ ਆਵਾਜ਼ ਹੋਰ ਪਵੇ ਹੀ ਨਾ, ਇੰਨੇ ਕੰਨ ਭਰੇ ਰਹਿਣ। ਆਪ ਦੀ ਸ੍ਰੇਸ਼ਟ ਜਸ ਵਾਲੀ ਬਾਣੀ ਨੂੰ ਭਰ ਕੇ ਰੱਖੀਏ ਅੰਦਰ ਕੰਨਾਂ 'ਚ। ਮਨ ਸੁਮਦ ਕਰ ਕਰੋ। ਅਤੇ ਮਨ ਨੂੰ ਮਾਰਾ ਭੌਰਾ ਬਣਾ ਲਈਏ। ਭੌਰੇ ਵੀ ਇਹ ਜੇ ਨਾ ਭਵਰਾ ਫੂਲ ਭਗਵੰਤਿਆ ਦੁਖਦ ਭਾਰੀ ਰਾਮ। ਜਿਹੜੇ ਭੌਰੇ ਪਰਾਏ ਬਗਾਨੇ ਰੂਪਾਂ ਦੇ ਵੇਖਣ ਦੇ ਬਣੇ ਹੋਏ ਹੈ, ਉਹੇ ਜਿਹੇ ਭੌਰੇ ਨਹੀਂ ਅਸੀਂ ਬਣਨਾ ਚਾਹੁੰਦੇ। ਮਨ ਸੁਮਦ ਕਰ ਕਰੋ, ਮਨ ਨੂੰ ਸ੍ਰੇਸ਼ਟ ਭੌਰਾ ਬਣਾਈਏ, ਸਾਰਗ੍ਰਾਹੀ ਬੁੱਧੀ ਵਾਲਾ। ਚਰਨ ਹਿਰਦੇ ਧਰੋ। ਆਪ ਦੇ ਚਰਨ ਕਬਲ ਦੀ ਨਿਆਈ ਹੈ, ਉਹਨਾਂ ਨੂੰ ਮਾਰਾ ਹਿਰਦੇ 'ਚ ਮੈਂ ਵਸਾਉਣਾ ਕਰਾਂ, ਧਾਰਨ ਕਰਾਂ। ਰਸਨ ਅੰਮ੍ਰਿਤ ਰਾਮ ਨਾਮ ਭਖ। ਰਸਨਾ ਕਰਕੇ ਪ੍ਰਭੂ ਜੀ ਵਸੇ ਸਾਧ ਕੀ ਰਸਨਾ। ਰਸਨਾ ਕਰਕੇ ਅੰਮ੍ਰਿਤ ਰਾਮ ਹੇ ਰਾਮ ਆਪ ਦੇ ਨਾਮ ਦਾ ਭਾਖਣ ਉਚਾਰਨ ਕਰਾਂ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਹੇ ਗੋਬਿੰਦ ਪਰਮੇਸ਼ਰ ਆਪ ਦੇ ਸਾਥੋਂ ਮੇਰੀ ਪ੍ਰੀਤੀ ਜਿਨ ਘਟੈ ਮਤ ਘਟੇ। ਇਹ ਨਾ ਘਟੇ ਮਾਰਾ, ਮੇਰੀ ਪ੍ਰੀਤੀ ਹਰ ਵਕਤ ਬਣਦੀ ਰਹੇ। ਮੈਂ ਤਾਂ ਮੂਲ ਮਹਿਗੀ ਲਈ। ਹੇ ਮਾਰਾ ਮੈਂ ਤਾਂ ਮਹਿੰਗੇ ਮੁੱਲ ਲਈ ਹੈ। ਆਪਦੀ ਜ਼ਿੰਦਗੀ ਦੇ ਸੱਟੇ ਵੱਟੇ ਲਈ ਹੈ। ਜ਼ਿੰਦਗੀ ਨੂੰ ਬਦਲ ਕਰਕੇ ਆਪਣਾ ਜੀ ਦਾਨ ਦੇ ਕੇ ਸਿੱਟ ਕੇ ਕੁਰਬਾਨੀ ਕਰਕੇ ਆਪਣੀ ਜ਼ਿੰਦਗੀ ਦੀ ਇਹ ਜ਼ਿੰਦਗੀ ਦੇ ਵੱਟੇ ਲਈ ਹੈ। ਮਹਾਰਾਜ ਮੈਂ ਆਪਣਾ ਜੀਵ ਦਿੱਤਾ ਹੈ, ਭੇਟਾ ਕੀਤਾ ਹੈ, ਮਨ ਦੇ ਰਾਮ ਲਿਆ ਹੈ ਮੋਲ। ਰਹਾਉ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ। ਜੇ ਤੁਸੀਂ ਮਹਾਰਾਜ ਕਹੋ ਕਿ ਤੂੰ ਭਾਵਨਾ ਰੱਖ ਤਾਂ ਭਾਵਨਾਵਾਦ ਬੇਨਤੀ ਹੈ। ਜਿੰਨਾ ਚਿਰ ਸ੍ਰੇਸ਼ਟ ਗੁਰਮੁਖ ਪਿਆਰਿਆਂ ਦੀ ਸੰਗਤ ਨਹੀਂ ਮਿਲਦੀ ਉਹਨਾਂ ਚਿਰ ਭਾਵਨਾ ਨਹੀਂ ਪੈਦਾ ਹੁੰਦੀ। ਮਹਾਰਾਜ ਸਰਦਾ ਨਹੀਂ ਪੈਦਾ ਹੁੰਦੀ ਆਪ ਦੀ। ਭਾਵ ਵਿਰ ਭਗਤ ਨਹੀਂ ਹੋਏ ਤੇ ਤੇਰੀ। ਜਿੰਨਾ ਚਿਰ ਮਾਰਾ ਭਾਵਨਾ ਸਰਦਾ ਨਹੀਂ ਹੁੰਦੀ, ਪ੍ਰੇਮ ਨਹੀਂ ਹੁੰਦਾ, ਉਹਨਾਂ ਚਿਰ ਆਪ ਜੀ ਦੀ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਸੰਗਤ ਦਾ ਮਿਲਾਪ ਸਾਨੂੰ ਬਖਸ਼ੋ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ। ਰਵਿਦਾਸ ਭਗਤ ਜੀ ਕਹਿੰਦੇ ਨੇ, ਹੇ ਹਰੀ ਆਪ ਦੇ ਪਾਸ ਇੱਕ ਬੇਨਤੀ ਹੈ। ਪੈਜ ਰੱਖੋ ਰਾਜਾ ਰਾਮ ਇਹ ਮੇਰੀ। ਮੇਰੀ ਜਿਹੜੀ ਤਾਈ ਪ੍ਰਤੱਗਿਆ ਚਿੱਤ ਨਾਲ ਸਿਮਰਨ ਕਰਦਾ ਰਹਾ, ਨੇਤਰਾਂ ਨਾਲ ਦਰਸ਼ਨ ਕਰਦੇ ਰਹਾ, ਸਾਧ ਸੰਗਤ ਨਾਲ ਮਿਲ ਕੇ ਪ੍ਰੇਮ ਬਣਿਆ ਰਹੇ। ਇਹ ਮੇਰੀ ਪੈਜ ਪ੍ਰਤੱਗਿਆ ਹੈ, ਨਿਯਮ ਹੈ। ਇਹਨੂੰ ਮੇਰੀ ਲਾਜ ਵੀ ਰੱਖਣਾ ਕਰੋ ਹੇ ਪਰਮੇਸ਼ਵਰ। ਇਹ ਬੇਨਤੀ ਰਵਿਦਾਸ ਜੀ ਨੇ ਕੀਤੀ ਉਸ ਵਕਤ।